ਡਾਕਟਰ ਹਰਸ਼ਿੰਦਰ ਕੌਰ ਦੀ ਪੁਸਤਕ ਅਨਮੋਲ ਕੁਦਰਤੀ ਸੁਗਾਤਾਂ ਦਾ ਅਗਲਾ ਲੇਖ ਹੈ ਅਮਰੂਦ। ਕਹਿੰਦੇ ਨੇ ਇੱਕ ਵਾਰ ਅਮਰੂਦ ਕਿਸੇ ਰਿਸ਼ੀ ਕੋਲ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਨਾ ਕੱਚੇ ਨੂੰ ਛੱਡਦੇ ਨੇ ਤੇ ਨਾ ਪੱਕੇ ਨੂੰ, ਨਾ ਬੰਦਾ ਛੱਡੇ, ਨਾ ਚਿੜੀਆਂ ਕਾਂ ਕਬੂਤਰ, ਨਾ ਮੇਰੀ ਛਿੱਲੜ ਕੋਈ ਛੱਡੇ ਤੇ ਨਾ ਹੀ ਬੀਜ ਹੀ ਕੋਈ ਛੱਡਦਾ, ਮੈਨੂੰ ਬਚਾਓ। ਉਸ ਰਿਸ਼ੀ ਨੇ ਮੁਸਕਰਾ ਕੇ ਕਿਹਾ ਕਿ ਤੇਰੇ 'ਚ ਇੰਨੇ ਜ਼ਿਆਦਾ ਗੁਣ ਹਨ ਕਿ ਜੇ ਤੂੰ ਛੇਤੀ ਇੱਥੋਂ ਵਾਪਸ ਨਾ ਗਿਆ ਤਾਂ ਮੈਨੂੰ ਲੱਗਦਾ ਕਿ ਮੈਂ ਹੀ ਤੈਨੂੰ ਖਾ ਜਾਣਾ। ਪਰ ਹੁਣ ਤੂੰ ਮੇਰੇ ਕੋਲ ਆਈ ਗਿਆ ਤਾਂ ਇੱਕ ਵਾਰ ਤੈਨੂੰ ਦੇ ਦੇਣਾ ਕਿ ਤੂੰ ਪੀਲੇ, ਹਰੇ, ਗੁਲਾਬੀ ਰੰਗਾਂ ਵਿੱਚ ਹੋਰ ਖੂਬਸੂਰਤ ਬਣ ਜਾਏ ਤੇ ਇੱਕ ਅਦਭੁਤ ਖੁਰਾਕ ਕਹਾਇਆ ਜਾਏ। ਸੱਚਮੁੱਚ ਅਮਰੂਦ ਸੁਪਰ ਫੂਡ ਹੀ ਹੈ। ਪੈਕਟਿਨ ਤੇ ਐਂਟੀਆਕਸੀਡੈਂਟ ਭਰਪੂਰ ਅਦਭੁਤ ਖੁਰਾਕ ਹੈ। ਸੁਪਰ ਫੂਡ ਇਸ ਲਈ ਕਿ ਇਸ 'ਚ ਇੰਨਾ ਜ਼ਿਆਦਾ ਫੋਲੇਟ ਹੈ ਕਿ ਜੋ ਬੱਚੇ ਪੈਦਾ ਕਰਨ ਦੀ ਤਾਕਤ ਵਧਾਉਂਦਾ ਹੈ ਤੇ ਇਹਨੂੰ ਸੁਪਰ ਫੂਡ ਦਾ ਅਹੁਦਾ ਵੀ ਦਿਵਾਉਂਦਾ। ਅੱਧ ਪੱਕੇ ਨੂੰ ਚੱਕ ਮਾਰ ਕੇ ਖਾਣ ਦਾ ਸਵਾਦ ਵੱਖਰਾ ਹੀ ਹੈ। ਇਸੇ ਲਈ ਨਿੱਕੇ ਬੱਚੇ ਅਮਰੂਦ ਤੋੜ ਕੇ ਖਾਂਦੇ ਰਹਿੰਦੇ ਹਨ। ਬਜ਼ੁਰਗ ਦੰਦ ਨਾ ਹੋਣ ਕਰਕੇ ਪੱਕੇ ਤੇ ਨਰਮ ਅਮਰੂਦ ਖਾਣਾ ਪਸੰਦ ਕਰਦੇ ਹਨ। ਫਾਈਬਰ ਭਰਪੂਰ ਹੋਣ ਕਾਰਨ ਕਬਜ਼ ਤਾਂ ਇਹਦੇ ਖਾਣ ਨਾਲ ਠੀਕ ਹੋਣੀ ਹੋਈ, ਪਰ ਮੈਗਨੀਜ਼ ਭਰਪੂਰ ਹੋਣ ਸਦਕਾ ਇਹ ਸਰੀਰ ਅੰਦਰਲੇ ਐਂਜ਼ਾਈਮ ਰਵਾਂ ਕਰ ਦਿੰਦਾ ਹੈ, ਜਿਹੜੇ ਬਾਇਓਟਿਨ, ਥਾਇਮੀਨ ਤੇ ਐਸਕੋਰਬਿਕ ਐਸਿਡ ਵਿਟਾਮਿਨਾਂ ਨੂੰ ਜਜ਼ਬ ਕਰਨ 'ਚ ਮਦਦ ਕਰਦਾ ਹੈ। ਕੁਦਰਤੀ ਕਾਪਰ ਕਣ ਭਰੇ ਹੋਣ ਕਾਰਨ ਇਹ ਥਾਇਰਾਇਡ ਗਲੈਂਡ ਨੂੰ ਹਾਰਮੋਨ ਬਣਾਉਣ 'ਚ ਮਦਦ ਕਰਦਾ ਹੈ। ਅਮਰੂਦ ਵਿਚਲਾ ਮੈਗਨੀਸ਼ੀਅਮ, ਜੋ ਕਿ ਸਿਰਫ ਖੁਰਾਕ ਰਾਹੀਂ ਹੀ ਸਰੀਰ ਅੰਦਰ ਜਾਂਦਾ ਹੈ, ਨਸਾਂ ਤੇ ਪੱਠਿਆਂ ਨੂੰ ਤਣਾਅ ਰਹਿਤ ਕਰਕੇ ਆਰਾਮ ਪਹੁੰਚਾਉਂਦਾ ਹੈ। ਸਿਰਫ ਇਹੀ ਨਹੀਂ, ਅਮਰੂਦ ਵਿਚਲੇ ਕੁਦਰਤੀ ਵਿਟਾਮਿਨ ਈ ਤੇ ਐਂਟੀਆਕਸੀਡੈਂਟ ਦੇ ਖਜ਼ਾਨੇ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਵਿਟਾਮਿਨ ਬੀ ਅਮਰੂਦ 'ਚ ਭਰਿਆ ਪਿਆ, ਜੋ ਦਿਮਾਗ ਦੇ ਕੰਮਕਾਰ ਲਈ ਲੋੜੀਂਦਾ ਹੈ। ਵਿਟਾਮਿਨ B3 ਜਾਂ ਨਾਇਆਸਿਨ ਤੇ ਵਿਟਾਮਿਨ B6 ਜਾਂ ਪਿਰੀਡੌਕਸਿਨ ਨਾ ਸਿਰਫ ਦਿਮਾਗ ਤਰੋ ਤਾਜ਼ਾ ਰੱਖਦੇ ਹਨ, ਬਲਕਿ ਲਹੂ ਦਾ ਦੌਰਾ ਵੀ ਠੀਕ ਕਰ ਦਿੰਦੇ ਹਨ। ਜਿਵੇਂ ਕੇਲੇ ਵਿਚਲਾ ਪੋਟਾਸ਼ੀਅਮ ਮੈਡੀਕਲ ਖੋਜਾਂ ਰਾਹੀਂ ਬਲੱਡ ਪ੍ਰੈਸ਼ਰ ਕਾਬੂ ਰੱਖਣ 'ਚ ਸਹਾਈ ਸਾਬਤ ਹੋ ਚੁੱਕਿਆ ਹੈ। ਬਿਲਕੁਲ ਉਂਝ ਹੀ ਪੋਟਾਸ਼ੀਅਮ ਸਦਕਾ ਅਮਰੂਦ ਵੀ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਲਾਹੇਵੰਦ ਸਾਬਤ ਹੋਇਆ। ਵਿਟਾਮਿਨ ਏ ਅੱਖਾਂ ਲਈ, ਖਾਸ ਕਰ ਨਜ਼ਰ ਠੀਕ ਰੱਖਣ 'ਚ ਮਦਦ ਕਰਦਾ ਹੈ। ਅਮਰੂਦ 'ਚ ਕਾਫੀ ਵਿਟਾਮਿਨ ਏ ਹੈ, ਸੋ ਨਜ਼ਰ ਠੀਕ ਰੱਖਣ ਲਈ ਵੀ ਅਮਰੂਦ ਖਾਣਾ ਚਾਹੀਦਾ ਹੈ। ਅੱਖਾਂ ਲਈ ਇਹਦਾ ਬਹੁਤ ਜ਼ਿਆਦਾ ਵਧੀਆ ਅਸਰ ਵੇਖਦੇ ਹੋਏ ਨਜ਼ਰ ਬਚਾਉਣ ਲਈ ਇਹਦੀ ਰੋਜ਼ਾਨਾ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਫਾਈਬਰ ਦੀ ਮਾਤਰਾ ਕਾਫੀ ਵੱਧ ਹੋਣ ਕਾਰਨ ਅਮਰੂਦ ਸ਼ੱਕਰ ਰੋਗੀਆਂ ਲਈ ਵੀ ਸੁਪਰ ਫੂਡ ਸਾਬਤ ਹੋ ਚੁੱਕਾ ਹੈ, ਕਿਉਂਕਿ ਇਹ ਸਿਰਫ ਸ਼ੱਕਰ ਦੀ ਮਾਤਰਾ ਕਾਬੂ 'ਚ ਰੱਖਣ 'ਚ ਹੀ ਮਦਦ ਨਹੀਂ ਕਰਦਾ, ਬਲਕਿ ਸ਼ੱਕਰ ਰੋਗ ਹੋਣ ਦਾ ਖਤਰਾ ਵੀ ਘਟਾਉਂਦਾ ਹੈ। ਵਿਟਾਮਿਨ ਸੀ ਦੀ ਮਾਤਰਾ ਅਮਰੂਦ 'ਚ ਬਹੁਤ ਜ਼ਿਆਦਾ ਹੈ। ਵਿਟਾਮਿਨ ਸੀ ਐਂਟੀਆਕਸੀਡੈਂਟ ਹੈ, ਜੋ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹਦੇ ਨਾਲ ਕੀਟਾਣੂਆਂ ਨੂੰ ਮਾਰਨ 'ਚ ਮਦਦ ਵੀ ਕਰਦਾ ਹੈ। ਸਿਰਫ ਇਹ ਨਹੀਂ, ਬਲਕਿ ਟੱਟੀਆਂ, ਕਬਜ਼, ਖੰਘ, ਜ਼ੁਕਾਮ, ਚਮੜੀ ਰੋਗ, ਭਾਰ ਘਟਾਉਣ ਤੇ ਵਿਟਾਮਿਨ ਸੀ ਦੀ ਘਾਟ ਕਾਰਨ ਹੱਡੀਆਂ ਦੀ ਕਮਜ਼ੋਰੀ ਨੂੰ ਕਾਫੀ ਹੱਦ ਤੱਕ ਠੀਕ ਕਰਨ 'ਚ ਅਮਰੂਦ ਦਾ ਰੋਲ ਇੰਨਾ ਵਧੀਆ ਹੈ ਕਿ ਸੱਚਮੁੱਚ ਮਨ ਜਾਣ ਦਾ ਦਿਲ ਕਰਦਾ ਹੈ ਕਿ ਇਹ ਫਲ ਰੱਬ ਵੱਲੋਂ ਮਿਲੀ ਇੱਕ ਨਿਆਮਤ ਹੈ। ਜਿਵੇਂ ਸੇਬ ਵਾਸਤੇ ਕਿਹਾ ਜਾਂਦਾ ਹੈ ਕਿ ਰੋਜ਼ ਇੱਕ ਸੇਬ ਖਾਣ ਨਾਲ ਡਾਕਟਰ ਕੋਲ ਜਾਣ ਤੋਂ ਬਚਾਅ ਹੋ ਜਾਂਦਾ ਹੈ, ਉਂਝ ਹੀ ਅਮਰੂਦ ਬਾਰੇ ਕਿਹਾ ਜਾਂਦਾ ਹੈ ਕਿ ਅਮਰੂਦਾਂ ਦੇ ਮੌਸਮ 'ਚ ਰੋਜ਼ ਅਮਰੂਦ ਖਾਣ ਨਾਲ ਪੂਰਾ ਸਾਲ ਡਾਕਟਰ ਦੇ ਗੇੜੇ ਕੱਢਣ ਤੋਂ ਬਚਿਆ ਵੀ ਜਾ ਸਕਦਾ ਹੈ। ਇੱਕ ਹੋਰ ਵੀ ਫਾਇਦਾ ਹੈ ਕਿ ਅਮਰੂਦ ਉੱਤੇ ਕੀਟਨਾਸ਼ਕ ਸਪਰੇਅ ਬਹੁਤ ਘੱਟ ਕੀਤਾ ਜਾਂਦਾ ਹੈ, ਸੋ ਮਾੜੇ ਅਸਰਾਂ ਤੋਂ ਹਾਲੇ ਤੱਕ ਅਮਰੂਦ ਬਚਿਆ ਹੋਇਆ ਹੈ। ਆਓ ਇਹਦੇ ਫਾਇਦਿਆਂ ਬਾਰੇ ਕੁਝ ਹੋਰ ਜਾਣਕਾਰੀ ਲਈਏ। ਨੰਬਰ 1, ਭਾਰ ਘਟਾਉਣ ਵਾਸਤੇ। ਜਿਹਨੇ ਭਾਰ ਘਟਾਉਣ ਲੱਗਿਆਂ ਪ੍ਰੋਟੀਨ, ਵਿਟਾਮਿਨ ਤੇ ਫਾਈਬਰ ਪੂਰੀ ਮਾਤਰਾ 'ਚ ਲੈ ਕੇ ਸਰੀਰ ਨੂੰ ਤੰਦਰੁਸਤ ਰੱਖਣਾ ਹੋਵੇ, ਉਸ ਲਈ ਸਭ ਤੋਂ ਵਧੀਆ ਫਲ ਅਮਰੂਦ ਹੈ, ਕਿਉਂਕਿ ਇਸ ਵਿੱਚ ਸੇਬ, ਸੰਤਰੇ, ਅੰਗੂਰ ਨਾਲੋਂ ਕਿਤੇ ਘੱਟ ਮਿੱਠਾ ਹੈ। ਇਸੇ ਲਈ ਡਾਕਟਰੀ ਸਲਾਹ ਮੁਤਾਬਕ ਜੇ ਦੁਪਹਿਰ ਦੇ ਖਾਣੇ 'ਚ ਅਮਰੂਦ ਸ਼ਾਮਲ ਕਰ ਲਿਆ ਜਾਏ ਤਾਂ ਢਿੱਡ ਰਾਤ ਤੱਕ ਕੁਝ ਹੋਰ ਮੰਗਦਾ ਹੀ ਨਹੀਂ। ਦੂਸਰਾ, ਭਾਰ ਵਧਾਉਣ ਵਾਸਤੇ। ਗੱਲ ਲੱਗਦੀ ਤਾਂ ਅਜੀਬ ਹੈ, ਪਰ ਹੈ ਸੱਚ। ਜੇ ਭਾਰ ਘਟਾਉਣ 'ਚ ਅਮਰੂਦ ਨੰਬਰ 1 ਹੈ, ਤੇ ਭਾਰ ਨਾਰਮਲ ਕਰਨ ਵਾਸਤੇ ਵੀ ਵਧੀਆ ਰੋਲ ਅਦਾ ਕਰਦਾ ਹੈ, ਕਿਉਂਕਿ ਐਂਜ਼ਾਈਮ ਰਵਾਂ ਕਰਕੇ ਲੋੜੀਂਦੇ ਤੱਤ ਖੁਰਾਕ ਵਿੱਚੋਂ ਹਜ਼ਮ ਕਰਨ 'ਚ ਮਦਦ ਕਰਦਾ ਹੈ। ਸੋ ਘੱਟ ਭਾਰ ਵਾਲੇ ਆਪਣਾ ਭਾਰ ਵਧਾ ਕੇ ਨਾਰਮਲ ਕਰ ਸਕਦੇ ਹਨ ਤੇ ਮੋਟਾਪੇ ਤੋਂ ਵੀ ਬਚ ਸਕਦੇ ਹਨ। ਅੱਖਾਂ ਵਾਸਤੇ। ਮੈਕੂਲਰ
ਡੀਜਨਰੇਸ਼ਨ ਵਿੱਚ ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਖਤਮ ਹੋਣ ਵੱਲ ਚਾਲੇ ਪਾ ਦਿੰਦੀ ਹੈ। ਅਮਰੂਦ ਵਿਚਲਾ ਕੁਦਰਤੀ ਵਿਟਾਮਿਨ ਏ ਤੇ ਐਂਟੀਆਕਸੀਡੈਂਟ ਨਾ ਸਿਰਫ ਨਜ਼ਰ ਠੀਕ ਰੱਖਣ 'ਚ ਮਦਦ ਕਰਦੇ ਹਨ, ਬਲਕਿ ਘਟ ਰਹੀ ਨਜ਼ਰ ਨੂੰ ਵੀ ਹੋਰ ਘਟਣ ਤੋਂ ਰੋਕ ਦਿੰਦੇ ਹਨ। ਨੰਬਰ 4, ਫੈਲਿਆ ਕੈਂਸਰ। ਗਦੂਦ ਦੇ ਕੈਂਸਰ, ਛਾਤੀ ਦਾ ਕੈਂਸਰ ਤੇ ਮੂੰਹ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਕੀਤੀ ਖੋਜ ਵਿੱਚ ਇਹ ਪਤਾ ਲੱਗਿਆ ਕਿ ਅਮਰੂਦ ਵਿਚਲੇ ਤੱਤ ਕੈਂਸਰ ਦੇ ਸੈੱਲਾਂ ਦੇ ਵਧਣ ਦੀ ਸਪੀਡ ਘਟਾ ਦਿੰਦੇ ਹਨ। ਅਮਰੂਦ ਦੇ ਪੱਤਿਆਂ ਦਾ ਤੇਲ ਤੇ ਅਮਰੂਦਾਂ ਵਿਚਲਾ ਲਾਈਕੋਪੀਨ ਇਸ ਅਸਰ ਵਾਸਤੇ ਵਰਤਿਆ ਜਾਂਦਾ ਹੈ। ਸੰਤਰਿਆਂ ਨੂੰ ਆਮ ਤੌਰ ਉੱਤੇ ਵਿਟਾਮਿਨ ਸੀ ਦਾ ਸਟੋਰ ਹਾਊਸ ਮੰਨਿਆ ਜਾਂਦਾ ਰਿਹਾ ਹੈ, ਪਰ ਅਮਰੂਦ ਵਿੱਚ ਸੰਤਰਿਆਂ ਤੋਂ ਵੀ 4 ਤੋਂ 5 ਗੁਣਾ ਵੱਧ ਵਿਟਾਮਿਨ ਸੀ ਹੈ, ਜੋ ਤਗੜਾ ਐਂਟੀਆਕਸੀਡੈਂਟ ਹੈ। ਕੈਂਸਰ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਸਰੀਰ ਅੰਦਰ ਮਾੜਾ ਅਸਰ ਨਹੀਂ ਕਰਨ ਦਿੰਦਾ ਤੇ ਦਿਲ ਦੇ ਰੋਗ ਹੋਣ ਦਾ ਵੀ ਬਚਾਓ ਕਰਦਾ ਹੈ। 5ਵਾਂ, ਦੰਦਾਂ ਲਈ। ਅਮਰੂਦਾਂ ਵਿੱਚ ਕੁਦਰਤੀ ਐਸਟ੍ਰਿੰਜੈਂਟ ਹੈ ਜੋ ਮਸੂੜਿਆਂ ਨੂੰ ਖਰਾਬ ਨਹੀਂ ਹੋਣ ਦਿੰਦਾ। ਇਸੇ ਲਈ ਕਈ ਟੁੱਥਪੇਸਟਾਂ ਵਿੱਚ ਅਮਰੂਦਾਂ ਦੀ ਪੇਸਟ ਪਾ ਦਿੱਤੀ ਗਈ ਹੈ। ਅੰਤੜੀਆਂ 'ਚ ਪਹੁੰਚ ਕੇ ਟੱਟੀਆਂ ਲੱਗਣ ਤੋਂ ਰੋਕਦਾ ਹੈ ਤੇ ਟੱਟੀਆਂ ਲਾਉਣ ਵਾਲੇ ਕੀਟਾਣੂਆਂ ਨੂੰ ਵੀ ਮਾਰ ਦਿੰਦਾ ਹੈ। ਅਮਰੂਦਾਂ ਵਿਚਲਾ ਵਿਟਾਮਿਨ ਸੀ, ਕੈਰੋਟੀਨਾਈਡ ਤੇ ਪੋਟਾਸ਼ੀਅਮ ਵੀ ਮਸੂੜੇ ਤੇ ਅੰਤੜੀਆਂ ਨੂੰ ਤੰਦਰੁਸਤ ਰੱਖਦੇ ਹਨ। ਅੱਗੇ ਤੋਂ ਦੰਦ ਦਰਦ ਜਾਂ ਮਸੂੜਿਆਂ ਦੀ ਸੋਜਿਸ਼ ਹੋਵੇ ਤਾਂ ਅਮਰੂਦਾਂ ਦੇ ਪੱਤੇ ਰਗੜ ਕੇ ਪੇਸਟ ਬਣਾ ਕੇ ਮਲ ਕੇ ਵੇਖਿਓ ਕੀ ਕਰਾਮਾਤ ਵਾਪਰਦੀ ਹੈ। 6ਵਾਂ, ਲੰਮੇ ਸਮੇਂ ਤੋਂ ਹੋ ਰਹੀ ਕਬਜ਼ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਅਮਰੂਦ ਖਾਣੇ ਬਹੁਤ ਲਾਹੇਵੰਦ ਸਾਬਤ ਹੋ ਚੁੱਕੇ ਹਨ। ਅਮਰੂਦਾਂ ਵਿਚਲੇ ਭਰਪੂਰ ਫਾਈਬਰ ਸਦਕਾ ਇਹ ਸੰਭਵ ਹੁੰਦਾ ਹੈ। 7ਵਾਂ, ਧਿਆਨ ਲਾ ਕੇ ਪੜ੍ਹਨ ਲਈ ਤੇ ਚੁਸਤ ਦਰੁਸਤ ਮਹਿਸੂਸ ਕਰਨ ਲਈ ਅਮਰੂਦ ਵਿਚਲੇ ਵਿਟਾਮਿਨ B3 ਤੇ B6 ਲੈਣੇ ਜ਼ਰੂਰੀ ਹਨ, ਜੋ ਦਿਮਾਗ ਦੇ ਸੈੱਲਾਂ ਨੂੰ ਰਵਾਂ ਕਰਦੇ ਰਹਿੰਦੇ ਹਨ। ਨੰਬਰ 8, ਖੰਘ ਜ਼ੁਕਾਮ ਤੋਂ ਮੁਕਤੀ ਪਾਉਣ ਲਈ ਕੱਚੇ ਅਮਰੂਦਾਂ ਦਾ ਰਸ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ, ਜਿਸ 'ਚ ਅਮਰੂਦਾਂ ਦੇ ਪੱਤੇ ਵੀ ਪੀ ਕੇ ਪਾ ਦਿੱਤੇ ਜਾਂਦੇ ਹਨ। ਸਿਰਫ ਵਿਟਾਮਿਨ ਸੀ ਸਦਕਾ ਹੀ ਨਹੀਂ, ਬਲਕਿ ਇਸ ਵਿਚਲੇ ਲੋਹ ਕਣ ਵੀ ਕੀਟਾਣੂਆਂ ਨੂੰ ਮਾਰਨ 'ਚ ਮਦਦ ਕਰਦੇ ਹਨ। ਭਾਰਤ ਦੇ ਕਈ ਹਿੱਸਿਆਂ 'ਚ ਦਾਦੀਆਂ ਨਾਨੀਆਂ ਪੱਕਿਆ ਅਮਰੂਦ ਭੁੰਨ ਕੇ ਬੱਚਿਆਂ ਨੂੰ ਖੰਘ ਜ਼ੁਕਾਮ ਠੀਕ ਕਰਨ ਲਈ ਦਿੰਦੀਆਂ ਹਨ, ਪਰ ਇਸ ਤਾਕੀਦ ਨਾਲ ਕਿ ਇਹਨੂੰ ਖਾਣ ਤੋਂ ਇੱਕਦਮ ਬਾਅਦ ਠੰਡਾ ਪਾਣੀ ਨਾ ਪੀਤਾ ਜਾਏ। 9ਵਾਂ, ਦੁਨੀਆ ਦੀਆਂ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਕਰੀਮਾਂ ਜੋ ਮੂੰਹ ਦੀ ਚਮੜੀ ਨੂੰ ਚਮਕਦਾਰ, ਲਚਕਦਾਰ ਤੇ ਫਿਣਸੀਆਂ ਰਹਿਤ ਬਣਾ ਦਿੰਦੀਆਂ ਹਨ, ਵਿੱਚ ਕੱਚੇ ਅਮਰੂਦ ਤੇ ਉਹਦੇ ਪੱਤੇ ਪਾਏ ਜਾਂਦੇ ਹਨ, ਕਿਉਂਕਿ ਇਹਨਾਂ ਵਿਚਲਾ ਵਿਟਾਮਿਨ ਏ, ਬੀ, ਸੀ ਤੇ ਪੋਟਾਸ਼ੀਅਮ ਲਗਾਤਾਰ ਵਰਤੇ ਜਾਣ ਉੱਤੇ ਜਾਦੂਈ ਅਸਰ ਵਿਖਾ ਕੇ ਚਮੜੀ ਝੁਰੜੀਆਂ ਰਹਿਤ ਵੀ ਕਰ ਦਿੰਦੇ ਹਨ। 10ਵਾਂ, ਸਕਰਵੀ। ਵਿਟਾਮਿਨ ਸੀ ਦੀ ਕਮੀ ਨਾਲ ਹੋਣ ਵਾਲੀ ਬਿਮਾਰੀ ਨੂੰ ਠੀਕ ਕਰਨ ਵਿੱਚ ਅਮਰੂਦ ਦਾ ਕੋਈ ਸਾਨੀ ਨਹੀਂ ਹੈ। ਇਹਦੇ ਨਾਲ ਡਾਕਟਰੀ ਸਲਾਹ ਨਾਲ ਦਵਾਈ ਤੇ ਸਹੀ ਸੰਤੁਲਿਤ ਖੁਰਾਕ ਵੀ ਲੈਣੀ ਜ਼ਰੂਰੀ ਹੁੰਦੀ ਹੈ। ਹੁਣ ਗੱਲ ਕਰੀਏ ਅਮਰੂਦਾਂ ਤੋਂ ਬਣੇ ਕੁਝ ਘਰੇਲੂ ਨੁਸਖਿਆਂ ਦੀ, ਜੋ ਚਮੜੀ ਉੱਤੇ ਵਧੀਆ ਅਸਰ ਵਿਖਾ ਚੁੱਕੇ ਹੋਏ ਹਨ। ਨੰਬਰ 1, ਰੰਗ ਗੋਰਾ ਕਰਨ ਲਈ ਅਮਰੂਦਾਂ ਤੋਂ ਬਣਿਆ ਸਕਰਬ ਵਰਤਿਆ ਜਾਂਦਾ ਹੈ, ਜੋ ਚਮੜੀ ਦੇ ਮਰੇ ਹੋਏ ਸੈੱਲ ਲਾ ਕੇ ਹੇਠੋਂ ਨਵੇਂ ਸੈੱਲ ਉਤਾਂਹ ਲਿਆਉਣ 'ਚ ਮਦਦ ਕਰਦਾ ਹੈ ਤੇ ਚਮੜੀ ਨੂੰ ਚਮਕ ਦਿੰਦਾ ਹੈ, ਜਿਸ ਨਾਲ ਗੋਰਾ ਹੋਣ ਦਾ ਅਹਿਸਾਸ ਹੁੰਦਾ ਹੈ। ਦੂਸਰਾ, ਅਮਰੂਦਾਂ ਦੇ ਪੱਤੇ ਪੀ ਕੇ ਵਿੱਚ ਅੰਡੇ ਦੀ ਜਰਦੀ ਮਿਲਾ ਕੇ ਫੈਂਟ ਕੇ ਮੂੰਹ ਉੱਤੇ 20 ਮਿੰਟ ਲਾ ਕੇ ਰੱਖੋ ਤੇ ਫਿਰ ਧੋ ਲਓ। ਹਫ਼ਤੇ 'ਚ 1 ਜਾਂ 2 ਵਾਰ ਲਗਾਤਾਰ ਵਰਤੋ ਤੇ ਚਮੜੀ 'ਚ ਆਏ ਨਿਖਾਰ ਨੂੰ ਸ਼ੀਸ਼ੇ 'ਚ ਨਿਹਾਰੋ। ਚੇਤੇ ਰੱਖਿਓ, ਸਿਰਫ ਮੂੰਹ ਉੱਤੇ ਲੇਪ ਲਾਉਣ ਨਾਲ ਹੀ ਨਹੀਂ, ਬਲਕਿ ਮਨ 'ਚੋਂ ਗੁੱਸਾ ਤੇ ਤਣਾਅ ਛੱਡ ਕੇ ਸੰਤੁਲਿਤ ਖੁਰਾਕ ਖਾਣੀ ਵੀ ਨਾਲ ਜ਼ਰੂਰੀ ਹੁੰਦੀ ਹੈ। ਤੀਸਰਾ, ਟਮਾਟਰਾਂ ਨਾਲੋਂ ਵੀ ਦੁੱਗਣਾ ਲਾਈਕੋਪੀਨ ਭਰਿਆ ਹੋਣ ਕਾਰਨ ਅਮਰੂਦ ਸੂਰਜੀ ਕਿਰਨਾਂ ਦੇ ਅਸਰ ਤੋਂ ਚਮੜੀ ਨੂੰ ਬਚਾਉਂਦੇ ਹਨ ਤੇ ਦਿਲ ਵੀ ਸਿਹਤਮੰਦ ਰੱਖਦੇ ਹਨ। 4, ਕਿਲ ਮੁਹਾਂਸੇ ਤੇ ਚਿਹਰੇ ਦੇ ਦਾਗਾਂ ਤੋਂ ਬਚਣ ਲਈ ਅਮਰੂਦ ਦੇ ਪੱਤਿਆਂ ਦੀ ਪੇਸਟ ਰੋਜ਼ ਮੂੰਹ ਤੇ ਲਾਉਣੀ ਚਾਹੀਦੀ ਹੈ, ਜੋ ਅੱਖਾਂ ਥੱਲੇ ਦੇ ਕਾਲੇ ਘੇਰੇ ਵੀ ਘਟਾ ਦਿੰਦੀ ਹੈ, ਪਰ ਇਹਦੇ ਨਾਲ ਰੋਜ਼ 2 ਅਮਰੂਦ ਖਾਣੇ ਵੀ ਚਾਹੀਦੇ ਹਨ। 5ਵਾਂ, ਵਾਲਾਂ ਦੇ ਝੜਨ ਤੋਂ ਰੋਕਣ ਵਾਸਤੇ ਅਮਰੂਦ ਵਿਚਲੇ ਵਿਟਾਮਿਨ ਏ, ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਕਾਪਰ, ਮੈਗਨੀਜ਼ ਤੇ ਫਾਈਟੋਕੈਮੀਕਲ ਵਧੀਆ ਸਾਬਤ ਹੋ ਚੁੱਕੇ ਹਨ। ਕਿਹੋ ਜਿਹਾ ਅਮਰੂਦ ਵਰਤੀਏ? ਜ਼ਿਆਦਾ ਪੱਕਿਆ ਹੋਇਆ ਜਾਂ ਢਿੱਲਾ ਪੈ ਚੁੱਕਿਆ ਅਮਰੂਦ ਖਾਣਾ ਠੀਕ ਨਹੀਂ ਹੈ, ਕਿਉਂਕਿ ਉਸ ਵਿਚਲੀ ਕੁਦਰਤੀ ਸਟਾਰਚ ਸ਼ੱਕਰ 'ਚ ਤਬਦੀਲ ਹੋ ਜਾਂਦੀ ਹੈ ਤੇ ਨੁਕਸਾਨ ਪਹੁੰਚਾ ਸਕਦੀ ਹੈ। ਅੰਦਰੋਂ ਲਾਲ ਰੰਗ ਦਾ ਅਮਰੂਦ ਸਭ ਤੋਂ ਬਿਹਤਰ ਮੰਨਿਆ ਗਿਆ ਹੈ। ਖਰੀਦਣ ਲੱਗਿਆਂ ਧਿਆਨ ਰੱਖਣ ਦੀ ਲੋੜ ਹੈ ਕਿ ਅਮਰੂਦ ਦੇ ਬਾਹਰ ਦਾਗ ਨਾ ਹੋਣ।
ਅੱਧ ਪੱਕਿਆ ਹੋਵੇ ਤੇ ਬਾਹਰਲੀ ਪਰਤ ਵਿੱਚ ਕੱਟੇ ਹੋਏ ਦਾ ਨਿਸ਼ਾਨ ਨਾ ਹੋਵੇ। ਅਜਿਹਾ ਅਮਰੂਦ ਘਰ ਦੇ ਕਮਰੇ ਅੰਦਰ ਫ੍ਰਿਜ ਦੇ ਬਾਹਰ ਹੀ ਰੱਖਿਆ ਜਾ ਸਕਦਾ ਹੈ। ਜੇ ਛੇਤੀ ਪਕਾਉਣਾ ਹੋਵੇ ਤਾਂ ਕੱਚੇ ਅਮਰੂਦ ਨੂੰ ਕਾਗਜ਼ 'ਚ ਲਪੇਟ ਕੇ ਕੇਲੇ ਜਾਂ ਸੇਬ ਦੇ ਨਾਲ ਰੱਖਿਆ ਜਾ ਸਕਦਾ ਹੈ। ਅਜਿਹੇ ਪੱਕ ਚੁੱਕੇ ਅਮਰੂਦ ਨੂੰ ਪਲਾਸਟਿਕ ਦੇ ਡੱਬੇ 'ਚ ਬੰਦ ਕਰਕੇ ਕੁਝ ਦਿਨ ਫ੍ਰਿਜ 'ਚ ਵੀ ਰੱਖਿਆ ਜਾ ਸਕਦਾ ਹੈ। ਤਾਜ਼ਾ ਖਾਧਾ ਅਮਰੂਦ ਸਭ ਤੋਂ ਵਧੀਆ ਅਸਰ ਕਰਦਾ ਹੈ, ਪਰ ਇਹਦਾ ਜੂਸ, ਜੈਮ, ਸਬਜ਼ੀ ਜਾਂ ਜੈਲੀ ਬਣਾ ਕੇ ਵੀ ਵਰਤਿਆ ਜਾ ਸਕਦਾ ਹੈ। ਅਮਰੀਕਾ ਵਿੱਚ ਇਹਦੀ ਪਹਿਲੀ ਪੌਦ ਲਾਈ ਗਈ ਦੱਸੀ ਜਾਂਦੀ ਹੈ ਜਦੋਂ ਇਹਨੂੰ ਸੈਂਡ ਪਲਮ ਕਿਹਾ ਜਾਂਦਾ ਸੀ। ਕੋਈ ਵਰਦਾਨ ਨਾ ਮੰਨੀਏ ਤਾਂ ਕੀ ਕਹੀਏ ਕਿ ਸੁਪਰ ਫੂਡ ਬਣਿਆ ਅਮਰੂਦ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਦਿਮਾਗ 'ਚ ਪੈਂਦੇ ਵਿਗਾੜ ਨੂੰ ਰੋਕਣ ਲਈ ਵੀ ਲਾਹੇਵੰਦ ਸਾਬਤ ਹੋ ਚੁੱਕਿਆ ਹੈ। ਅਮਰੂਦ ਵਿਚਲਾ ਭਰਪੂਰ ਫੋਲੇਟ ਭਰੂਣ ਦੇ ਦਿਮਾਗ 'ਚ ਨੁਕਸ ਨਹੀਂ ਪੈਣ ਦਿੰਦਾ ਤੇ ਮਾਂ ਵਾਂਗ ਹੀ ਉਹਦੀ ਰਾਖੀ ਕਰਦਾ ਹੈ। ਸੋ ਗਰਭਵਤੀ ਔਰਤਾਂ ਨੂੰ ਅਮਰੂਦ ਜ਼ਰੂਰ ਖਾਣੇ ਚਾਹੀਦੇ ਹਨ। ਹੁਣ ਰੋਜ਼ ਧੜਾ ਅਮਰੂਦ ਖਾਣ ਤੋਂ ਪਹਿਲਾਂ ਇੰਨਾ ਯਾਦ ਰੱਖ ਲਿਓ ਕਿ ਕੱਚੇ ਅਮਰੂਦ ਵੱਧ ਖਾਣ ਨਾਲ ਢਿੱਡ ਪੀੜ ਵੀ ਹੋਣ ਲੱਗ ਪੈਂਦੀ ਹੈ ਤੇ ਡਾਕਟਰ ਵੱਲ ਗੇੜਾ ਵੀ ਲਾਉਣਾ ਪੈ ਸਕਦਾ ਹੈ। ਸੋ ਜ਼ਰਾ ਧਿਆਨ ਨਾਲ। ਅਗਲਾ ਲੇਖ ਹੈ ਕੀਵੀ ਫਲ। ਮੈਂ ਪਹਿਲੀ ਵਾਰ ਨਿਊਜ਼ੀਲੈਂਡ 'ਚ ਕੀਵੀ ਫਲਾਂ ਦੇ ਖੇਤ ਵੇਖੇ ਸਨ, ਜਿੱਥੇ ਕਈ ਕਾਮੇ ਕੀਵੀ ਫਲ ਲਾ ਕੇ ਇਕੱਠੇ ਕਰਦੇ ਪਏ ਸਨ। ਉੱਥੇ ਹੀ ਮੈਂ ਪਹਿਲੀ ਵਾਰ ਕੀਵੀ ਫਲ ਖਾਧਾ ਸੀ। ਉਹਦਾ ਸਵਾਦ ਕਮਾਲ ਦਾ ਸੀ। ਉਦੋਂ ਇਹ ਭਾਰਤ ਵਿੱਚ ਇੰਨਾ ਆਮ ਨਹੀਂ ਸੀ ਮਿਲਦਾ, ਪਰ ਹੁਣ ਤਾਂ ਲਗਭਗ ਦੁਨੀਆ ਦੇ ਹਰ ਹਿੱਸੇ 'ਚ ਮਿਲਣ ਲੱਗ ਪਿਆ। ਦਰਅਸਲ ਸਭ ਤੋਂ ਪਹਿਲਾਂ ਕੀਵੀ ਫਲ ਚੀਨ 'ਚ ਉਗਾਇਆ ਗਿਆ ਸੀ, ਜਿੱਥੇ ਯੋਂਗਤਾਓ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 20ਵੀਂ ਸਦੀ ਦੇ ਸ਼ੁਰੂ 'ਚ ਇਹਨੂੰ ਨਿਊਜ਼ੀਲੈਂਡ 'ਚ ਉਗਾਉਣਾ ਸ਼ੁਰੂ ਕੀਤਾ ਗਿਆ। ਸੰਨ 1962 ਵਿੱਚ ਇਸ ਫਲ ਨੂੰ ਅਮਰੀਕਾ ਵੱਲੋਂ ਖਰੀਦਿਆ ਜਾਣ ਲੱਗ ਪਿਆ, ਜਿੱਥੋਂ ਇਹਦਾ ਨਾਂ ਨਿਊਜ਼ੀਲੈਂਡ ਤੋਂ ਆਏ ਫਲ ਸਦਕਾ ਕੀਵੀ ਫਲ ਪੈ ਗਿਆ। ਹੁਣ ਤਾਂ ਇਟਲੀ, ਫਰਾਂਸ, ਜਾਪਾਨ ਤੇ ਅਮਰੀਕਾ ਵੀ ਇਸ ਫਲ ਨੂੰ ਉਗਾ ਕੇ ਧੜ ਪੂਰੀ ਦੁਨੀਆ 'ਚ ਭੇਜਣ ਲੱਗ ਪਏ ਹਨ। ਸਿਰਫ ਸਵਾਦ ਕਰਕੇ ਹੀ ਨਹੀਂ, ਬਲਕਿ ਇਸ ਵਿਚਲੇ ਕੁਦਰਤੀ ਤੱਤਾਂ ਸਦਕਾ ਇਹ ਸਿਹਤਮੰਦ ਖੁਰਾਕ ਵਜੋਂ ਗਿਣਿਆ ਜਾਣ ਲੱਗ ਪਿਆ। 69 ਗ੍ਰਾਮ ਕੀਵੀ ਫਲ 'ਚ 42 ਕੈਲਰੀਆਂ ਹਨ ਤੇ ਲੋੜੀਂਦੇ ਤੱਤ ਤੇ ਡਾਇਟਰੀ ਰੈਫਰੈਂਸ ਇੰਡੈਕਸ। ਵਿਟਾਮਿਨ ਸੀ 85.2%, ਵਿਟਾਮਿਨ ਕੇ 30.9%, ਕਾਪਰ 10%, ਫਾਈਬਰ 8.2%, ਵਿਟਾਮਿਨ ਈ 6.7%, ਪੋਟਾਸ਼ੀਅਮ 6.1%, ਫੋਲੇਟ 4.3%, ਮੈਗਨੀਜ਼ 3.5%। ਕੀਵੀ ਫਲ ਵਿਚਲੇ ਫਾਈਟੋਨਿਊਟ੍ਰੀਐਂਟ, ਫਲੇਵੋਨਾਈਡ ਤੇ ਕੈਰੋਟੀਨਾਈਡ ਸਾਡੇ ਸਰੀਰ ਦੇ ਸੈੱਲਾਂ ਅੰਦਰਲੇ DNA ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਦੇ ਹਨ। ਇਟਲੀ ਵਿੱਚ 6 ਤੋਂ 7 ਸਾਲਾਂ ਦੇ ਬੱਚਿਆਂ ਉੱਤੇ ਕੀਤੀ ਗਈ ਖੋਜ ਰਾਹੀਂ ਪਤਾ ਲੱਗਿਆ ਕਿ ਜਿਹੜੇ ਬੱਚੇ ਵੱਧ ਕੀਵੀ ਫਲ ਖਾ ਰਹੇ ਸਨ, ਉਹਨਾਂ ਨੂੰ ਸਾਹ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਘਟ ਗਿਆ ਤੇ ਗਲਾ ਖਰਾਬ ਵੀ ਘੱਟ ਹੋਇਆ। ਵਿਟਾਮਿਨ ਸੀ ਦਾ ਭੰਡਾਰ ਹੋਣ ਸਦਕਾ ਕੀਵੀ ਫਲ ਐਂਟੀਆਕਸੀਡੈਂਟ ਵੀ ਆਪੇ ਹੀ ਵਧੀਆ ਬਣ ਜਾਣਾ ਹੋਇਆ। ਇਸੇ ਲਈ ਇਹਦਾ ਵਧੀਆ ਅਸਰ ਅੱਗੇ ਦੱਸੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਉੱਤੇ ਵੇਖਿਆ ਜਾ ਸਕਦਾ ਹੈ। ਨੰਬਰ 1, ਵੱਧਦੀ ਉਮਰ 'ਚ ਜੋੜਾਂ ਦੀ ਸੋਜਿਸ਼ ਤੇ ਜੋੜਾਂ ਦਾ ਘਸਣਾ। ਦੂਸਰਾ, ਰਿਊਮੈਟਾਇਡ ਆਰਥਰਾਈਟਿਸ। ਤੀਸਰਾ, ਦਮਾ। ਚੌਥਾ ਅੰਤੜੀਆਂ ਦਾ ਕੈਂਸਰ। ਪੰਜਵਾਂ, ਨਸਾਂ ਅੰਦਰ ਥਿੰਦੇ ਦਾ ਜੰਮਣਾ। ਅਗਲਾ, ਸ਼ੱਕਰ ਰੋਗੀਆਂ ਦੇ ਮਰੀਜ਼ਾਂ ਨੂੰ ਜੇ ਦਿਲ ਦਾ ਰੋਗ ਹੋਵੇ। ਅਗਲਾ, ਬਾਰ-ਬਾਰ ਕੰਨਾਂ 'ਚ ਰੇਸ਼ਾ ਭਰਨਾ। ਤੇ ਅਗਲਾ ਹੈ ਸਟ੍ਰੋਕ ਜਾਂ ਪਾਸਾ ਮਾਰਿਆ ਜਾਣਾ। ਕੀਵੀ ਫਲ 'ਚ ਵਾਧੂ ਫਾਈਬਰ ਹੋਣ ਸਦਕਾ ਇਹਨੂੰ ਖਾਣ ਨਾਲ ਕੋਲੈਸਟਰੋਲ ਘੱਟ ਜਾਂਦਾ ਹੈ ਤੇ ਜਿਸ ਕਾਰਨ ਦਿਲ ਦੇ ਰੋਗ ਤੇ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਸ਼ੱਕਰ ਰੋਗੀਆਂ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਸਹੀ ਰੱਖਣ ਵਿੱਚ ਵੀ ਕੀਵੀ ਫਲ ਅਸਰਦਾਰ ਸਾਬਤ ਹੋਇਆ। ਪੋਟਾਸ਼ੀਅਮ ਦੀ ਵੱਧ ਮਾਤਰਾ ਕਾਰਨ ਕੀਵੀ ਫਲ ਬਲੱਡ ਪ੍ਰੈਸ਼ਰ ਹੋਣ ਤੋਂ ਵੀ ਰੋਕਦਾ ਹੈ। ਚੋਟੀ ਦੇ ਛਾਤੀ ਰੋਗਾਂ ਬਾਰੇ ਮੈਡੀਕਲ ਜਰਨਲ ਥੋਰੈਕਸ ਵਿੱਚ ਇੱਕ ਖੋਜ ਛਪੀ ਕਿ ਇਟਲੀ ਵਿਚਲੇ 6 ਤੋਂ 7 ਸਾਲਾਂ ਦੇ 18,000 ਬੱਚਿਆਂ ਨੂੰ ਹਫ਼ਤੇ ਵਿੱਚ 5 ਤੋਂ 7 ਵਾਰ ਕੀਵੀ ਫਲ ਖਾਣ ਨੂੰ ਦਿੱਤਾ ਗਿਆ। ਉਹਦੇ ਮੁਕਾਬਲੇ ਹੋਰਨਾਂ ਬੱਚਿਆਂ ਨੂੰ ਹਫ਼ਤੇ 'ਚ 1 ਵਾਰ ਕੀਵੀ ਫਲ ਖਾਣ ਨੂੰ ਦਿੱਤਾ ਗਿਆ। ਇਹਨਾਂ ਸਾਰੇ ਬੱਚਿਆਂ ਨੂੰ ਦਮੇ ਦਾ ਜਾਂ ਸਾਹ ਦੀ ਬਿਮਾਰੀ ਦਾ ਰੋਗ ਸੀ। ਜਦੋਂ ਖੋਜ ਮੁੱਕੀ ਤਾਂ ਸਾਲ ਭਰ ਦੇ ਅੰਕੜੇ ਹੈਰਾਨੀਜਨਕ ਸਨ। ਜਿਹੜੇ ਬੱਚੇ ਲਗਾਤਾਰ ਕੀਵੀ ਫਲ ਖਾ ਰਹੇ ਸਨ, ਉਹਨਾਂ ਨੂੰ ਦੂਜਿਆਂ ਨਾਲੋਂ 32% ਘੱਟ ਸਾਹ ਚੜ੍ਹਿਆ। 41% ਵਿੱਚ ਛਾਤੀ 'ਚ ਸੀਟੀਆਂ ਵੱਜਣੀਆਂ ਘੱਟ ਹੋ ਗਈਆਂ।
ਸਾਹ ਦੀਆਂ ਨਲੀਆਂ ਭੀੜੀਆਂ ਹੋਣੀਆਂ ਘਟੀਆਂ। ਰਾਤ ਦੀ ਖੰਘ 27% 'ਚ ਘੱਟ ਹੋ ਗਈ। ਲਗਾਤਾਰ ਖੰਘ ਰਹਿਣੀ ਵੀ 25% 'ਚ ਘੱਟ ਹੋਈ ਤੇ ਨੱਕ ਵਗਣਾ ਵੀ 28% 'ਚ ਬੰਦ ਹੋ ਗਿਆ। ਇੱਕ ਗੱਲ ਬੜੀ ਪ੍ਰਤੱਖ ਤੌਰ ਤੇ ਸਾਹਮਣੇ ਆਈ ਕਿ ਦਮੇ ਦੇ ਰੋਗੀਆਂ ਲਈ ਕੀਵੀ ਫਲ ਕੁਦਰਤ ਨੇ ਇੱਕ ਵਰਦਾਨ ਦੇ ਰੂਪ 'ਚ ਭੇਜਿਆ ਹੋਇਆ ਹੈ ਤੇ DNA ਸੁਰੱਖਿਅਤ ਰੱਖਣ ਵਿੱਚ ਵੀ ਇਹ ਮਾਹਿਰ ਹੈ। ਹਾਲੇ ਤੱਕ ਗਾਜਰਾਂ ਬਾਰੇ ਮਸ਼ਹੂਰ ਸੀ ਕਿ ਅੱਖਾਂ ਵਾਸਤੇ ਉਹਨਾਂ ਤੋਂ ਬਿਹਤਰ ਕੋਈ ਹੋਰ ਚੀਜ਼ ਨਹੀਂ, ਪਰ ਕੀਵੀ ਫਲ ਨੇ ਗਾਜਰਾਂ ਤੋਂ ਉੱਤਮ ਅਸਰ ਵਿਖਾ ਕੇ ਇਹ ਵੀ ਗਲਤ ਸਾਬਤ ਕਰ ਦਿੱਤਾ ਹੈ। ਮੈਕੂਲਰ ਡੀਜਨਰੇਸ਼ਨ ਬਿਮਾਰੀ ਵਿੱਚ ਬਜ਼ੁਰਗਾਂ 'ਚ ਸਦੀਵੀ ਨਿਗਾਹ ਚਲੇ ਜਾਣ ਦਾ ਡਰ ਹੁੰਦਾ ਹੈ। ਇਸ ਲਈ ਹਾਲੇ ਤੱਕ ਕੋਈ ਦਵਾਈ ਕਾਰਗਰ ਸਾਬਤ ਨਹੀਂ ਹੋਈ ਤੇ ਸਿਰਫ ਐਂਟੀਆਕਸੀਡੈਂਟ, ਕੈਰੋਟੀਨਾਇਡ, ਵਿਟਾਮਿਨ ਏ, ਸੀ, ਈ ਉੱਤੇ ਹੀ ਆਸ ਟਿਕੀ ਹੋਈ ਹੈ ਜੋ ਕੀਵੀ ਫਲ 'ਚ ਹਨ ਕਿ ਉਹਨਾਂ ਨਾਲ ਇਹ ਮਾੜਾ ਸਮਾਂ ਕੁਝ ਦੇਰ ਲਈ ਟਲ ਸਕਦਾ ਹੈ। ਆਰਕਾਈਵਜ਼ ਆਫ ਆਪਥੈਲਮੋਲੋਜੀ ਅੱਖਾਂ ਦੇ ਰੋਗਾਂ ਦੀ ਖੋਜ ਪੱਤਰਕਾਰ 'ਚ ਇੱਕ ਖੋਜ ਛਪੀ ਜਿਸ 'ਚ 1,10,000 ਔਰਤਾਂ ਤੇ ਮਰਦਾਂ ਨੂੰ ਰੋਜ਼ 3 ਵਾਰ ਕੀਵੀ ਫਲ ਖਾਣ ਨੂੰ ਦਿੱਤਾ ਗਿਆ। ਇਹਨਾਂ ਕੇਸਾਂ 'ਚ ਬਾਕੀਆਂ ਨਾਲੋਂ ਜਿਹੜੇ ਫਲ ਨਹੀਂ ਸੀ ਖਾ ਰਹੇ, ਨਜ਼ਰ ਖਤਮ ਹੋਣ ਦਾ ਖਤਰਾ 36% ਘੱਟ ਹੋ ਗਿਆ। 18 ਸਾਲਾਂ ਤੱਕ ਹੋਈ ਲਗਾਤਾਰ ਖੋਜ 'ਚ ਇੱਕ ਹੋਰ ਨਜ਼ਰ ਖਤਮ ਕਰਨ ਦੇ ਕਾਰਨ ARMD ਨੂੰ ਘਟਾਉਣ 'ਚ ਕੀਵੀ ਫਲ ਬਿਹਤਰੀਨ ਸਾਬਤ ਹੋਇਆ। ਇਹ ਸਪਸ਼ਟ ਕੀਤਾ ਗਿਆ ਕਿ ਜੇ ਮੈਕੂਲਰ ਡੀਜਨਰੇਸ਼ਨ ਕਾਰਨ ਅੰਨ੍ਹੇ ਹੋਣ ਤੋਂ ਬਚਣਾ ਹੈ ਤਾਂ ਨਾਸ਼ਤੇ ਵਿੱਚ ਦੁਪਹਿਰੇ ਦਹੀਂ ਨਾਲ ਤੇ ਰਾਤੀ ਸਲਾਦ ਵਿੱਚ ਕੱਟ ਕੇ ਕੀਵੀ ਫਲ ਜ਼ਰੂਰ ਖਾਧਾ ਜਾਵੇ। ਕੀਵੀ ਫਲ ਵਿਚਲੇ ਭਰਪੂਰ ਵਿਟਾਮਿਨ ਸੀ ਦਾ ਦਿਲ ਉੱਤੇ ਵੀ ਲਾਜਵਾਬ ਅਸਰ ਹੈ। ਨਾੜੀਆਂ 'ਚ ਲਹੂ ਦੇ ਜੰਮਣ ਦਾ ਖਤਰਾ ਘਟਾ ਕੇ ਤੇ ਸਰੀਰ ਅੰਦਰੋਂ ਥਿੰਦਾ ਟ੍ਰਾਈਗਲਿਸਰਾਈਡ ਘਟਾ ਕੇ ਇਹ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਆਪਣੀ ਸਰਦਾਰੀ ਕਾਇਮ ਕਰ ਚੁੱਕਾ ਹੈ। ਉੱਤੋਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਸ ਵਿਚਲਾ ਪੋਟਾਸ਼ੀਅਮ ਤੇ ਪੋਲੀਫੀਨੋਲ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਘਟਾਉਂਦਾ ਹੈ। ਐਸਪਿਰਿਨ ਦਿਲ ਦੇ ਰੋਗੀਆਂ ਨੂੰ ਲਗਾਤਾਰ ਖਾਣੀ ਪੈਂਦੀ ਹੈ ਤਾਂ ਜੋ ਲਹੂ ਦੇ ਜੰਮਣ ਦਾ ਖਤਰਾ ਘੱਟ ਹੋ ਜਾਏ, ਪਰ ਉਸ ਨਾਲ ਸਰੀਰ ਅੰਦਰ ਲਹੂ ਚੱਲਣ ਦਾ ਖਤਰਾ ਵੀ ਹੁੰਦਾ ਹੈ। ਅਜਿਹੇ ਕੇਸਾਂ ਲਈ ਕੁਦਰਤ ਨੇ ਕੀਵੀ ਫਲ ਸੁਗਾਤ ਵਜੋਂ ਭੇਜਿਆ ਹੈ ਕਿ ਖਾਓ ਤੇ ਸਿਹਤਮੰਦ ਹੋ ਜਾਓ ਤੇ ਮਾੜੇ ਅਸਰਾਂ ਤੋਂ ਵੀ ਬਚੋ। ਲਗਭਗ 1 ਮਹੀਨਾ ਕੁਝ ਬੰਦਿਆਂ ਨੂੰ ਰੋਜ਼ 3 ਕੀਵੀ ਫਲ ਖਾਣ ਨੂੰ ਦਿੱਤੇ ਗਏ ਤਾਂ ਬਾਕੀਆਂ ਨਾਲੋਂ ਉਹਨਾਂ ਵਿੱਚ ਬਲੱਡ ਸੈੱਲਾਂ ਦਾ ਜੁੜ ਕੇ ਨਾੜੀਆਂ ਵਿੱਚ ਰੋਕਾ ਲਾਉਣ ਦਾ ਖਤਰਾ 18% ਘੱਟ ਲੱਭਿਆ। ਇਹਦੇ ਨਾਲੋਂ ਨਾਲ ਟ੍ਰਾਈਗਲਿਸਰਾਈਡ ਦੀ ਮਾਤਰਾ ਵੀ ਲਹੂ 'ਚ ਬਾਕੀਆਂ ਨਾਲੋਂ 15% ਘੱਟ ਹੋਈ ਮਿਲੀ। ਇਸੇ ਲਈ ਡਾਕਟਰਾਂ ਨੂੰ ਕੀਵੀ ਫਲ ਅਦਭੁਤ ਲੱਗਣ ਲੱਗ ਪਿਆ। ਇੱਕ ਗੱਲ ਧਿਆਨਯੋਗ ਹੈ, ਹੋਰਨਾਂ ਚੀਜ਼ਾਂ ਵਾਂਗ ਕੀਵੀ ਫਲ ਤੋਂ ਵੀ ਐਲਰਜੀ ਸੰਭਵ ਹੈ। ਕੀਵੀ ਫਲ 'ਚ ਔਗਜ਼ਾਲੇਟ ਹੁੰਦੇ ਹਨ, ਇਸੇ ਲਈ ਜਿਨ੍ਹਾਂ ਨੂੰ ਗੁਰਦੇ ਜਾਂ ਪਿੱਤੇ ਦੀ ਪੱਥਰੀ ਹੋਵੇ ਉਹਨਾਂ ਨੂੰ ਕੀਵੀ ਫਲ ਧਿਆਨ ਨਾਲ ਖਾਣਾ ਚਾਹੀਦਾ ਹੈ। ਕੀਵੀ ਫਲ 'ਚ ਲੇਟੈਕਸ ਵੀ ਹੁੰਦਾ ਜਿਸ ਤੋਂ ਕਈਆਂ ਨੂੰ ਐਲਰਜੀ ਹੋ ਸਕਦੀ ਹੈ। ਹੁਣ ਗੱਲ ਕਰੀਏ ਖਾਣ ਦੀ। ਕੀਵੀ ਫਲ ਕਿਵੇਂ ਖਾਧਾ ਜਾਏ? ਅੱਧ ਵਿਚਕਾਰੋਂ ਕੱਟ ਕੇ ਬਿਨਾਂ ਛਿੱਲੜ ਲਾਏ ਚਮਚੇ ਨਾਲ ਵਿੱਚੋਂ ਖਾਧਾ ਜਾ ਸਕਦਾ ਹੈ। ਦੂਜਾ, ਪੂਰੀ ਛਿੱਲੜ ਲਾ ਕੇ ਵੀ ਕੱਟ ਕੇ ਖਾਧਾ ਜਾ ਸਕਦਾ ਹੈ। ਤੀਸਰਾ, ਸਲਾਦ 'ਚ ਕੱਟ ਕੇ ਖਾਧਾ ਜਾ ਸਕਦਾ ਹੈ। ਚੌਥਾ, ਠੰਡੇ ਦਹੀਂ 'ਚ ਫੈਂਟ ਕੇ ਪੀਤਾ ਜਾ ਸਕਦਾ ਹੈ। ਪੰਜਵਾਂ, ਕਸਟਰਡ 'ਚ ਕੱਟ ਕੇ ਪਾਇਆ ਜਾ ਸਕਦਾ ਹੈ ਤੇ ਛੇਵਾਂ, ਫਲਾਂ 'ਚ ਮਿਲਾ ਕੇ ਰਸ ਬਣਾ ਕੇ ਪੀਤਾ ਜਾ ਸਕਦਾ ਹੈ। ਕੀਵੀ ਫਲ ਕੱਟ ਕੇ ਜੇ ਫਰਿੱਜ 'ਚ ਰੱਖ ਦਿੱਤਾ ਜਾਏ ਤਾਂ ਹਫ਼ਤੇ ਭਰ ਤੱਕ ਇਸ ਵਿਚਲੇ ਤੱਤ ਖਰਾਬ ਨਹੀਂ ਹੁੰਦੇ। ਸਿਰਫ ਇੱਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਦੋਂ ਸਲਾਦ ਵਿੱਚ ਜਾਂ ਹੋਰ ਕੱਟੇ ਫਲਾਂ ਵਿੱਚ ਮਿਲਾ ਕੇ ਰੱਖਣਾ ਹੋਵੇ ਤਾਂ ਕੀਵੀ ਫਲ ਪਰੋਸਣ ਤੋਂ ਇੱਕਦਮ ਪਹਿਲਾਂ ਹੀ ਵਿੱਚ ਮਿਲਾਉਣਾ ਚਾਹੀਦਾ, ਨਹੀਂ ਤਾਂ ਇਸ ਵਿਚਲੇ ਐਂਜ਼ਾਈਮ ਬਾਕੀ ਫਲਾਂ ਨੂੰ ਢਿੱਲਾ ਜਿਹਾ ਕਰ ਦਿੰਦੇ ਹਨ। ਜੇ ਕੀਵੀ ਫਲ ਕੱਚਾ ਹੋਵੇ ਤਾਂ ਸੇਬ ਜਾਂ ਕੇਲੇ ਨਾਲ ਰਲਾ ਕੇ ਕਾਗਜ਼ 'ਚ ਲਪੇਟ ਕੇ ਕਮਰੇ ਅੰਦਰ ਰੱਖ ਦਿਓ, ਆਪੇ ਵਧੀਆ ਤਰੀਕੇ ਨਾਲ 1-ਅੱਧ ਦਿਨ 'ਚ ਪੱਕ ਜਾਂਦਾ ਹੈ। ਹੁਣ ਅੱਗੇ ਤੋਂ ਚੇਤੇ ਰੱਖਿਓ ਕਿ ਜੇ ਵੱਧਦੀ ਉਮਰ ਨਾਲ ਹੋ ਰਹੇ ਅੰਨ੍ਹੇਪਣ ਤੋਂ ਬਚਣਾ ਹੈ ਤਾਂ DNA ਠੀਕ ਰੱਖਣਾ ਹੈ, ਦਮੇ ਦੇ ਰੋਗ ਤੋਂ ਸਰੀਰ ਮੁਕਤ ਕਰਨਾ ਹੈ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਹਰ ਹਾਲ ਹਫ਼ਤੇ ਵਿੱਚ 5 ਦਿਨ ਕੀਵੀ ਫਲ ਜ਼ਰੂਰ ਖਾਣਾ ਪੈਣਾ ਹੈ। ਅਗਲਾ ਲੇਖ ਹੈ ਅੰਗੂਰ। ਜਦੋਂ ਮੈਂ ਵਤਨੋਂ ਪਾਰ ਗਈ ਸੀ ਤੇ ਮੈਨੂੰ ਉੱਥੇ ਜਾਣਕਾਰੀ ਵਧਾਉਣ ਲਈ ਇੱਕ ਸ਼ਰਾਬ ਦੀ ਫੈਕਟਰੀ ਵਿਖਾਈ ਗਈ, ਜਿੱਥੇ ਇੱਕ ਪਾਸੇ ਵੱਡੇ ਵੱਡੇ ਡਰਮ ਰੱਖੇ ਗਏ ਸਨ। ਉਹਨਾਂ ਡਰਮਾਂ ਦੇ ਬਾਹਰ ਲਿਖਿਆ ਸੀ ਗ੍ਰੇਪ ਆਇਲ। ਅੰਗੂਰਾਂ 'ਚੋਂ ਸ਼ਰਾਬ ਕੱਢਣ ਤੋਂ ਬਾਅਦ ਬਾਕੀ ਬਚਿਆ ਤੇਲ ਉਹਨਾਂ ਇੱਕ ਪਾਸੇ ਰੱਖਿਆ ਸੀ। ਗ੍ਰੇਪ ਆਇਲ ਦੇ ਹੇਠਾਂ ਮੋਟਾ ਲਿਖਿਆ ਹੋਇਆ ਸੀ ਕਿ ਅੰਗੂਰ ਵਿਟਾਮਿਨ K, ਕਾਪਰ ਤੇ ਵਿਟਾਮਿਨ B
CO2 ਦੇ ਬਹੁਮੁੱਲੇ ਸਰੋਤ ਹਨ। ਮੇਰੇ ਲਈ ਉਸ ਸਮੇਂ ਜਾਣਕਾਰੀ ਨਵੀਂ ਸੀ ਕਿ ਅੰਗੂਰਾਂ ਦਾ ਤੇਲ ਵੀ ਵਰਤਿਆ ਜਾਂਦਾ ਹੈ। ਉਦੋਂ ਤੱਕ ਮੈਨੂੰ ਸਿਰਫ ਅੰਗੂਰ ਦਾ ਰਿਸ਼ਤਾ ਸੌਗੀ ਤੇ ਸ਼ਰਾਬ ਨਾਲ ਹੀ ਪਤਾ ਸੀ। ਮੈਂ ਕੌਤੂਹਲਵਸ਼ ਅੰਗੂਰਾਂ ਬਾਰੇ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਪਤਾ ਲੱਗਿਆ ਕਿ ਸ਼ਾਇਦ ਮਨੁੱਖ ਜਾਤੀ ਦੀ ਹੋਂਦ ਦੇ ਨਾਲ ਹੀ ਅੰਗੂਰ ਵੀ ਧਰਤੀ ਉੱਤੇ ਮੌਜੂਦ ਹੋ ਗਏ ਸਨ। ਈਸਾ ਮਸੀਹ ਤੋਂ 5000 ਸਾਲ ਪਹਿਲਾਂ ਤੋਂ ਅੰਗੂਰਾਂ ਬਾਰੇ ਜ਼ਿਕਰ ਮਿਲਦਾ ਹੈ ਤੇ ਇਹਨੂੰ ਉਦੋਂ ਤੋਂ ਹੀ ਸ਼ਰਾਬ ਬਣਾਉਣ ਦੇ ਫਲ ਵਜੋਂ ਜਾਣਿਆ ਜਾਂਦਾ ਹੈ। ਇਜਿਪਟ ਵਿੱਚ ਪੁਰਾਣੀਆਂ ਬਣੀਆਂ ਮੂਰਤਾਂ ਵਿੱਚ ਵੀ ਅੰਗੂਰਾਂ ਦੀਆਂ ਵੇਲਾਂ ਉੱਕਰੀਆਂ ਵੇਖੀਆਂ ਜਾ ਸਕਦੀਆਂ ਹਨ। ਦੂਜੀ ਸਦੀ 'ਚ ਜਰਮਨੀ 'ਚ ਅੰਗੂਰਾਂ ਤੋਂ ਸ਼ਰਾਬ ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਉੱਤੇ ਸੀ ਤੇ ਉਸ ਸਮੇਂ ਵੀ ਅੰਗੂਰਾਂ ਦੀਆਂ ਘੱਟੋ ਘੱਟ 90 ਕਿਸਮਾਂ ਮੌਜੂਦ ਸਨ। ਇਸ ਸਮੇਂ ਦੁਨੀਆ ਭਰ 'ਚ ਅੰਗੂਰ ਮਿਲਦੇ ਹਨ। ਇਸ ਨਾਲ ਸ਼ਰਾਬ ਦਾ ਨਾਂ ਇੰਨੀ ਪੱਕੀ ਤੌਰ ਉੱਤੇ ਜੋੜ ਦਿੱਤਾ ਗਿਆ ਕਿ ਇਸ ਵਿਚਲੇ ਤੱਤਾਂ ਤੇ ਇਹਦੇ ਤੇਲ ਬਾਰੇ ਬਹੁਤਿਆਂ ਦਾ ਧਿਆਨ ਹੀ ਨਹੀਂ ਜਾਂਦਾ। ਕੈਲੀਫੋਰਨੀਆ ਦੇ 7 ਲੱਖ ਏਕੜ ਥਾਂ ਵਿੱਚ ਅੰਗੂਰ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਜਿੱਥੋਂ 20,000 ਕਰੋੜ ਪੌਂਡ ਦੇ ਅੰਗੂਰ ਹਾਸਲ ਹੋ ਰਹੇ ਹਨ। ਦੁਨੀਆ ਭਰ 'ਚ ਅੰਦਾਜ਼ਨ ਪੂਰੀ ਧਰਤੀ ਵਿਚਲੇ 30,000 ਸਕੁਅਰ ਮੀਲ ਉੱਤੇ ਸਿਰਫ ਅੰਗੂਰ ਹੀ ਉਗਾਏ ਜਾ ਰਹੇ ਹਨ। ਇਹਦਾ ਮਤਲਬ ਹੋਇਆ ਹਰ ਸਾਲ 15,000 ਖਰਬ ਪੌਂਡ ਭਾਰ ਦੇ ਅੰਗੂਰ। ਅੱਜ ਦੇ ਦਿਨ ਅਮਰੀਕਾ, ਇਟਲੀ, ਚੀਨ, ਸਪੇਨ ਤੇ ਫਰਾਂਸ ਵਿਚਲੀ ਅੰਗੂਰਾਂ ਦੀ ਫਸਲ ਪੂਰੀ ਦੁਨੀਆ ਦੀ ਫਸਲ ਦਾ ਅੱਧ ਹਿੱਸਾ ਬਣ ਚੁੱਕੀ ਹੈ। ਸੌਗੀ ਤੇ ਮਨੱਕਾ, ਜੋ ਕਿ ਅੰਗੂਰਾਂ ਨੂੰ ਸੁਕਾ ਕੇ ਬਣਾਏ ਜਾਂਦੇ ਹਨ, ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਜਾਂਦੀ ਹੈ। ਇਸ ਕਰਕੇ ਸ਼ੱਕਰ ਤੇ ਕੈਲਰੀਆਂ ਦੀ ਮਾਤਰਾ ਪ੍ਰਤੀ ਔਂਸ 4 ਗੁਣਾ ਵੱਧ ਜਾਂਦੀ ਹੈ। ਇਹਨਾਂ ਵਿੱਚ ਵਿਟਾਮਿਨ ਤੇ ਮਿਨਰਲ ਦੀ ਮਾਤਰਾ ਭਾਵੇਂ ਉਨੀ ਰਹੇ, ਪਰ ਵਾਧੂ ਸ਼ੱਕਰ ਦੀ ਮਾਤਰਾ ਸਦਕਾ ਜ਼ਿਆਦਾ ਖਾਣ ਨਾਲ ਸਰੀਰ ਦਾ ਨੁਕਸਾਨ ਹੋ ਸਕਦਾ ਹੈ। ਸੋ ਸ਼ੱਕਰ ਰੋਗੀ ਅੰਗੂਰ ਤਾਂ ਭਾਵੇਂ ਖਾ ਲੈਣ, ਪਰ ਉਹਨਾਂ ਨੂੰ ਸੌਗੀ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਿਹੜੇ ਭਾਰ ਠੀਕ ਰੱਖਣਾ ਚਾਹੁੰਦੇ ਹੋਣ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ 1 ਕੱਪ ਦੇ ਚੌਥੇ ਹਿੱਸੇ 'ਚ ਪਈ ਸੌਗੀ ਖਾਣ ਨਾਲ ਵਾਧੂ ਮਿੱਠੇ ਦੇ ਨਾਲ 100 ਕੈਲਰੀਆਂ ਸਰੀਰ ਅੰਦਰ ਪਹੁੰਚ ਜਾਂਦੀਆਂ ਹਨ, ਜਦਕਿ ਪੂਰਾ ਕੱਪ ਭਰਿਆ ਅੰਗੂਰਾਂ ਦਾ ਖਾਣ ਨਾਲ ਉਨੀਆਂ ਹੀ ਕੈਲਰੀਆਂ ਪਰ ਘੱਟ ਮਿੱਠਾ। ਅਜਿਹੇ ਮਿੱਠੇ ਦੀ ਗਲਾਈਸੀਮਿਕ ਇੰਡੈਕਸ ਘੱਟ ਹੁੰਦੀ ਹੈ, ਸਰੀਰ ਅੰਦਰ ਜਾਂਦਾ ਹੈ। ਅੰਗੂਰਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਵਿੱਚੋਂ ਬਿਨਾਂ ਬੀਜ ਦੇ ਅੰਗੂਰ ਵੀ ਮਿਲਦੇ ਹਨ, ਜੋ ਕੁਦਰਤੀ ਮਿਊਟੇਸ਼ਨ ਨਾਲ ਪੈਦਾ ਹੋ ਰਹੇ ਹਨ। ਇਹ ਪੋਲੀਨੇਸ਼ਨ ਨਾ ਹੋਣ ਸਦਕਾ ਹੁੰਦੇ ਹਨ। ਇੰਜ ਦੇ ਅੰਗੂਰਾਂ ਨੂੰ ਜੈਨੇਟਿਕ ਤਰੀਕੇ ਨਾਲ ਉਗਾਉਣ ਦੀ ਵੀ ਕੋਸ਼ਿਸ਼ ਜਾਰੀ ਹੈ। ਲਗਭਗ 1000 ਕਿਸਮਾਂ ਦੇ ਅੰਗੂਰ ਇਸ ਵੇਲੇ ਮਿਲ ਰਹੇ ਹਨ, ਜਿਨ੍ਹਾਂ ਵਿੱਚੋਂ ਕਿਸੇ ਦੀ ਚਮੜੀ ਮੋਟੀ, ਕਿਸੇ ਦੇ ਬੀਜ ਮੋਟੇ, ਕੋਈ ਹਰੇ, ਜਾਮਨੀ, ਲਾਲ, ਕਾਲੇ, ਗੁਲਾਬੀ, ਨੀਲੇ, ਪੀਲੇ ਆਦਿ ਰੰਗਾਂ 'ਚ। ਵਾਧੂ ਕੀਟਨਾਸ਼ਕ ਸਪਰੇਅ ਕੀਤੇ ਜਾਣ ਸਦਕਾ ਅੰਗੂਰ ਕਈ ਵਾਰੀ ਕਾਫੀ ਹਾਨੀਕਾਰਕ ਸਿੱਧ ਹੋ ਜਾਂਦੇ ਹਨ ਤੇ ਸਰੀਰ ਦਾ ਨਾਸ ਵੀ ਮਾਰ ਦਿੰਦੇ ਹਨ। ਅੰਗੂਰਾਂ ਦੇ ਫਾਇਦਿਆਂ ਨੂੰ ਵੇਖਦੇ ਹੋਏ ਇਹਨਾਂ ਨੂੰ ਖਾਣਾ ਇੱਕ ਜ਼ਰੂਰਤ ਬਣ ਚੁੱਕਿਆ ਹੈ। ਇਹ ਫਾਇਦੇ ਹਨ: ਲੰਮੀ ਉਮਰ ਤੇ ਅੰਗੂਰ। ਹਾਲੇ ਤੱਕ ਕਿਸੇ ਫਲ ਨਾਲ ਉਮਰ ਲੰਮੀ ਹੋਣਾ ਨਹੀਂ ਜੋੜਿਆ ਗਿਆ, ਪਰ ਅੰਗੂਰਾਂ ਲਈ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਲੰਮੀ ਉਮਰ ਭੋਗਣੀ ਹੈ ਤੇ ਅੰਗੂਰਾਂ ਦੀ ਵਰਤੋਂ ਜ਼ਰੂਰੀ ਹੈ। ਅਜਿਹਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਸ ਵਿੱਚ ਫਾਈਟੋਨਿਊਟ੍ਰੀਐਂਟ ਰੈਸਵੈਰਾਟਰੋਲ ਭਰਿਆ ਪਿਆ ਹੈ। ਹੁਣ ਤੱਕ ਦੇ ਉਮਰ ਲੰਮੀ ਕਰਨ ਵਾਲੇ ਲੱਭੇ ਜਾ ਚੁੱਕੇ 3 ਜੀਨਾਂ TLS, ਫੌਕਸੋਸ, PBFS ਨੂੰ ਸਹੀ ਸਲਾਮਤ ਰੱਖਣ 'ਚ ਰੈਸਵੈਰਾਟਰੋਲ ਵਧੀਆ ਰੋਲ ਨਿਭਾਉਂਦਾ ਹੈ। ਕੁਝ ਖੋਜੀ ਤਾਂ ਇਹ ਵੀ ਮੰਨਦੇ ਹਨ ਕਿ ਜੇ ਖੁਰਾਕ ਵਿੱਚ ਕੈਲਰੀਆਂ ਘਟਾ ਦਿੱਤੀਆਂ ਜਾਣ ਤਾਂ ਵੀ ਉਮਰ ਲੰਮੀ ਕਰਨ ਵਾਲੇ ਜੀਨ ਰਵਾਂ ਹੋ ਜਾਂਦੇ ਹਨ। ਅੰਗੂਰਾਂ ਦੇ ਬੀਜਾਂ 'ਚੋਂ ਕੱਢੇ ਗਏ ਤੇਲ ਵਿੱਚ ਕੀ ਗੁਣ ਲੁਕੇ ਪਏ ਹਨ, ਇਹ ਉਹਦੇ ਵਿੱਚ ਭਰੇ ਕੁਦਰਤੀ ਤੱਤਾਂ ਰਾਹੀਂ ਜ਼ਾਹਿਰ ਹੋ ਜਾਂਦਾ ਹੈ। ਲੋੜੀਂਦੇ ਤੱਤ: ਡਾਇਟਰੀ ਰੈਫਰੈਂਸ ਇੰਡੈਕਸ, ਸੈਚੂਰੇਟਿਡ ਥਿੰਦਾ, ਪਾਲਮਿਟਿਕ, ਸਟੀਅਰਿਕ। ਪਾਲਮਿਟਿਕ 7% ਤੇ ਸਟੀਅਰਿਕ 4.4%। ਅਨਸੈਚੂਰੇਟਿਡ ਥਿੰਦਾ, ਓਲੀਕ ਐਸਿਡ 15.8%, ਪੋਲੀਅਨਸੈਚੂਰੇਟਿਡ 69.9%, ਓਮੇਗਾ 3 ਫੈਟੀ ਐਸਿਡ 0.1%, ਓਮੇਗਾ 6 ਫੈਟੀ ਐਸਿਡ 69.6% ਤੇ ਮੋਨੋ ਅਨਸੈਚੂਰੇਟਿਡ ਤੇ ਹੋਰ 16.1%। ਅੰਗੂਰਾਂ ਵਿੱਚੋਂ ਸ਼ਰਾਬ ਬਣਾ ਲੈਣ ਤੋਂ ਬਾਅਦ ਕੱਢੇ ਇਸ ਤੇਲ ਦੀ ਵਰਤੋਂ ਸਲਾਦ ਦੀ ਡ੍ਰੈਸਿੰਗ,
ਮੇਯੋਨੇਜ਼, ਥੋਮ ਪੇਸਟ, ਪੈਨਕੇਕ, ਬਿਸਕਿਟ ਆਦਿ ਵਿੱਚ ਵੀ ਕੀਤੀ ਜਾਂਦੀ ਹੈ। ਇਹ ਖੁਸ਼ਬੂਦਾਰ ਤੇਲ ਸਰੀਰ ਉੱਤੇ ਲਾਉਣ ਵਾਲੀਆਂ ਕਰੀਮਾਂ ਵਿੱਚ ਵੀ ਵਰਤਿਆ ਜਾ ਰਿਹਾ ਕਿਉਂਕਿ ਇਸ 'ਚ ਥੋੜ੍ਹਾ ਬਹੁਤ ਵਿਟਾਮਿਨ ਈ ਵੀ ਹੈ। ਭਾਵੇਂ ਇਹਨੂੰ ਕੋਲੈਸਟਰੋਲ ਘਟਾਉਣ ਲਈ 1993 'ਚ ਖਾਣ ਲਈ ਵਰਤਿਆ ਜਾਂਦਾ ਰਿਹਾ, ਪਰ ਕਈ ਹੋਰ ਦਵਾਈਆਂ ਲਹੂ ਜੰਮਣ ਤੋਂ ਰੋਕਣ ਵਾਲੀਆਂ ਆਦਿ ਨਾਲ ਇਹਦਾ ਉਲਟ ਅਸਰ ਵੇਖਣ ਤੋਂ ਬਾਅਦ ਇਹ ਖਾਣ ਵਾਸਤੇ ਦਵਾਈ ਦੀ ਤੌਰ ਉੱਤੇ ਇੰਨੀ ਆਮ ਵਰਤੋਂ 'ਚ ਨਹੀਂ ਰਿਹਾ। ਅੰਗੂਰ ਦਾ ਦਿਲ ਉੱਤੇ ਬਹੁਤ ਵਧੀਆ ਅਸਰ ਲੱਭਿਆ ਗਿਆ। ਤਾਜ਼ੇ ਅੰਗੂਰਾਂ ਵਿਚਲੇ ਐਂਟੀਆਕਸੀਡੈਂਟ ਜਿੱਥੇ ਨਸਾਂ ਅੰਦਰ ਥਿੰਦਾ ਨਹੀਂ ਜੰਮਣ ਦਿੰਦੇ, ਉੱਥੇ ਇਸ ਤੋਂ ਬਣੀ ਰੈੱਡ ਵਾਈਨ ਵੀ ਥੋੜ੍ਹੀ ਮਾਤਰਾ 'ਚ ਕਦੇ-ਕਦੇ ਲੈਂਦੇ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਤੋਂ ਬਚਾਓ ਹੁੰਦਾ ਹੈ। ਇਹ ਫਰਾਂਸੀਸੀ ਖੋਜ ਹੈ। ਤਾਜ਼ੇ ਅੰਗੂਰ ਖਾਣ ਨਾਲ ਖੋਜਾਂ ਰਾਹੀਂ ਸਿੱਧ ਹੋ ਚੁੱਕੇ ਫਾਇਦੇ ਇਹ ਹਨ। ਪਹਿਲਾ ਹੈ ਬਲੱਡ ਪ੍ਰੈਸ਼ਰ ਕਾਬੂ 'ਚ ਰੱਖਣਾ, ਦੂਸਰਾ ਕੋਲੈਸਟਰੋਲ ਕਾਬੂ 'ਚ ਰੱਖਣਾ, ਤੀਸਰਾ ਪਲੇਟਲੇਟ ਸੈੱਲਾਂ ਦਾ ਨਾੜੀਆਂ ਅੰਦਰ ਜੰਮਣ ਤੋਂ ਰੋਕਣਾ, ਚੌਥਾ ਥਿੰਦਾ ਜੰਮਣ ਤੋਂ ਰੋਕਣਾ ਅਤੇ ਪੰਜਵਾਂ ਲਹੂ ਵਿੱਚ ਗਲੂਟਾਥਾਇਰੋਨ ਵਧਾਉਣਾ। ਰੋਜ਼ਾਨਾ ਤਾਜ਼ੇ ਅੰਗੂਰ ਖਾਂਦੇ ਰਹਿਣ ਨਾਲ ਸੋਜਿਸ਼ ਕਰਨ ਵਾਲੇ ਸੈੱਲ ਵੀ ਘਟ ਜਾਂਦੇ ਹਨ, ਜੋ ਸਰੀਰ ਅੰਦਰਲੀਆਂ ਕਈ ਬਿਮਾਰੀਆਂ ਨੂੰ ਸ਼ੁਰੂ ਹੋਣ ਤੋਂ ਰੋਕਦੇ ਹਨ। ਸਾਹ ਦੀਆਂ ਬਿਮਾਰੀਆਂ ਵੀ ਇਸੇ ਲਈ ਘੱਟ ਹੋ ਜਾਂਦੀਆਂ ਹਨ। ਸ਼ੱਕਰ ਰੋਗੀਆਂ ਲਈ ਖੁਸ਼ਖਬਰੀ ਹੈ ਕਿ ਅੰਗੂਰਾਂ ਵਿਚਲੀ ਸ਼ੱਕਰ ਘੱਟ ਗਲਾਈਸੈਮਿਕ ਇੰਡੈਕਸ ਵਾਲੀ ਹੈ, 43 ਤੋਂ 53, ਜੋ ਸਰੀਰ ਨੂੰ ਘੱਟ ਨੁਕਸਾਨ ਪਹੁੰਚਾਉਂਦੀ ਹੈ। ਤਰਬੂਜ ਵਿੱਚ ਸਗੋਂ ਇਹਨਾਂ ਨਾਲੋਂ ਕਿਤੇ ਵੱਧ ਮਿੱਠਾ ਹੈ, 70 ਤੋਂ 75, ਜੋ ਸ਼ੱਕਰ ਰੋਗੀਆਂ ਲਈ ਠੀਕ ਨਹੀਂ। ਇਹ ਵੀ ਵੇਖਣ 'ਚ ਆਇਆ ਹੈ ਕਿ ਇਨਸੂਲਿਨ ਦਾ ਅਸਰ ਵਧਾਉਣ ਵਿੱਚ ਵੀ ਅੰਗੂਰ ਰੋਲ ਨਿਭਾਉਂਦਾ ਹੈ, ਪਰ ਧਿਆਨ ਰਹੇ ਸ਼ੱਕਰ ਰੋਗੀਆਂ ਲਈ ਰੋਜ਼ ਕੌਲੇ ਭਰ ਕੇ ਅੰਗੂਰ ਖਾਣੇ ਠੀਕ ਨਹੀਂ। ਹਫ਼ਤੇ 'ਚ 2 ਵਾਰ ਇੱਕ ਕੌਲੀ ਭਰੀ ਅੰਗੂਰ ਖਾਧੇ ਜਾ ਸਕਦੇ ਹਨ। ਐਥਰੋਮਾ, ਜੋ ਲਹੂ ਦੀਆਂ ਨਾੜੀਆਂ 'ਚ ਜੰਮ ਕੇ ਹਾਰਟ ਅਟੈਕ ਜਾਂ ਪਾਸਾ ਮਾਰੇ ਜਾਣ ਦਾ ਕਾਰਨ ਬਣਦਾ ਹੈ, ਵੀ ਅੰਗੂਰ ਖਾਣ ਨਾਲ ਕਾਫੀ ਘੱਟ ਹੁੰਦਾ ਹੈ। ਇਸ ਗੱਲ ਦਾ ਫਾਇਦਾ ਸ਼ੱਕਰ ਰੋਗੀ ਵੀ ਲੈ ਸਕਦੇ ਹਨ। ਕੈਲੀਫੋਰਨੀਆ 'ਚ ਹੋਈ ਇੱਕ ਖੋਜ ਦਾ ਹਵਾਲਾ ਦੇਣਾ ਚਾਹਾਂਗੀ, ਜਿਸ ਵਿੱਚ ਰੋਜ਼ 2 ਕੌਲੀਆਂ ਅੰਗੂਰ ਕਈ ਮਹੀਨੇ ਖਾਂਦੇ ਰਹਿਣ ਬਾਅਦ ਬੱਚਿਆਂ ਦੀ ਯਾਦਦਾਸ਼ਤ ਕੁਝ ਵਧੀ ਹੋਈ ਲੱਭੀ। ਜਾਨਵਰਾਂ ਵਿੱਚ ਵੀ ਅੰਗੂਰ ਖਵਾ ਕੇ ਉਹਨਾਂ ਦੇ ਦਿਮਾਗ 'ਤੇ ਖੋਜ ਕੀਤੀ ਗਈ। ਖੋਜ ਦੇ ਨਤੀਜਿਆਂ 'ਚ ਹਿਪੋਕੈਂਪਸ ਹਿੱਸੇ ਵਿੱਚ ਵਾਧੂ ਬੀਟਾ ਐਮਿਲਾਈਡ ਪ੍ਰੋਟੀਨ ਜੰਮਣ ਤੋਂ ਰੁਕ ਗਈ ਤੇ ਯਾਦਦਾਸ਼ਤ ਵਾਲੇ ਸੈੱਲ ਰਵਾਂ ਹੋਣ ਲੱਗ ਪਏ। ਅੰਗੂਰ ਵਿਚਲੇ ਕੁਇਰਸੈਟਿਨ, ਪਾਈਸੈਟਾਨੋਲ, ਰੈਸਵੈਰਾਟ੍ਰੋਲ ਤੇ ਓਲੀਗੋਪੈਪਟਾਈਡ ਕੁਝ ਕੁ ਕੀਟਾਣੂਆਂ ਨੂੰ ਮਾਰਨ ਦੀ ਤਾਕਤ ਵੀ ਰੱਖਦੇ ਹਨ। ਇਸ ਨਾਲ ਘੱਟੋ ਘੱਟ ਖਾਣੇ ਰਾਹੀਂ ਮੂੰਹ ਅੰਦਰ ਜਾ ਰਹੀ ਗੰਦਗੀ ਤੇ ਕੀਟਾਣੂਆਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਖੋਜ ਅਧੀਨ ਤੱਥ ਹੈ। ਗੱਲ ਕਰੀਏ ਕੈਂਸਰ ਦੀ। ਐਂਟੀਆਕਸੀਡੈਂਟ ਭਰਪੂਰ ਹੋਣ ਕਾਰਨ ਕੈਂਸਰ ਸ਼ੁਰੂ ਹੋਣ ਤੇ ਫੈਲਣ ਤੋਂ ਰੋਕਣ 'ਚ ਬਾਕੀ ਫਲਾਂ ਵਾਂਗ ਅੰਗੂਰ ਵੀ ਵਧੀਆ ਰੋਲ ਨਿਭਾਉਂਦੇ ਹਨ। ਛਾਤੀ ਦੇ ਕੈਂਸਰ, ਅੰਤੜੀਆਂ ਦੇ ਕੈਂਸਰ ਤੇ ਗਦੂਦ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਅੰਗੂਰਾਂ ਦੇ ਤੱਤਾਂ ਦਾ ਅਸਰ ਵੇਖਿਆ ਗਿਆ। ਅੰਗੂਰ ਵਿਚਲੇ ਕੈਟੇਚਿਨ, ਪ੍ਰੋਐਂਥੋਸਾਇਨੋਡਿਨ ਤੇ ਰੈਸਵੈਰਾਟ੍ਰੋਲ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਵਿੱਚ ਕੈਂਸਰ ਦੇ ਸੈੱਲਾਂ ਦੇ ਫੈਲਣ ਦੀ ਤੇਜ਼ੀ ਉੱਤੇ ਰੋਕ ਲਾਉਂਦੇ ਹਨ। ਕਾਲੇ ਤੇ ਲਾਲ ਅੰਗੂਰਾਂ ਵਿਚਲੇ ਫਲੇਵੋਨਾਇਡ ਅੰਤੜੀਆਂ ਦੇ ਕੈਂਸਰ ਦੇ ਮਰੀਜ਼ਾਂ ਨੂੰ ਫਾਇਦਾ ਪਹੁੰਚਾਉਂਦੇ ਹਨ। ਇਹਦੇ ਨਾਲ ਅੰਗੂਰ ਵਿਚਲਾ ਫਾਈਬਰ ਵੀ ਅੰਤੜੀਆਂ ਦੀਆਂ ਬਿਮਾਰੀਆਂ ਲਈ ਲਾਹੇਵੰਦ ਹੈ। ਹਰ 60 ਗ੍ਰਾਮ ਕੈਲੋਰੀਆਂ ਨਾਲ ਅੰਗੂਰਾਂ ਰਾਹੀਂ 1 ਗ੍ਰਾਮ ਫਾਈਬਰ ਵੀ ਸਰੀਰ ਅੰਦਰ ਜਾਂਦਾ ਹੈ। ਗਦੂਦ ਦੇ ਕੈਂਸਰ ਵਿੱਚ ਵੀ ਅੰਗੂਰਾਂ ਵਿਚਲਾ ਰੈਸਵੈਰਾਟ੍ਰੋਲ ਹੀ ਫਾਇਦਾ ਪਹੁੰਚਾ ਰਿਹਾ ਹੈ। ਅੰਗੂਰ ਖਾਣ ਦਾ ਸਹੀ ਢੰਗ। ਠੰਡੇ ਪਾਣੀ ਹੇਠਾਂ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ। ਧੋਣ ਤੋਂ ਬਾਅਦ ਪਲੇਟ 'ਚ ਰੱਖ ਕੇ ਵਾਧੂ ਪਾਣੀ ਵਹਿ ਜਾਣ ਦੇਣਾ ਚਾਹੀਦਾ ਹੈ। ਅੰਗੂਰ ਦੀ ਛਿੱਲੜ 'ਚ ਵਾਧੂ ਲੋੜੀਂਦੇ ਤੱਤ ਭਰੇ ਪਏ ਹਨ, ਇਸ ਲਈ ਅੰਗੂਰਾਂ ਨੂੰ ਛਿੱਲ ਕੇ ਨਹੀਂ ਵਰਤਣਾ ਚਾਹੀਦਾ। ਜੇ ਪੂਰਾ ਗੁੱਛਾ ਇੱਕੋ ਵੇਲੇ ਨਹੀਂ ਵਰਤਣਾ ਤਾਂ ਜਿੰਨਾ ਖਾਣਾ ਹੋਵੇ ਉਹਨਾਂ ਕੈਂਚੀ ਨਾਲ ਪਹਿਲਾਂ ਹੀ ਟਾਹਣੀ ਤੋਂ ਕੱਟ ਲੈਣਾ ਚਾਹੀਦਾ, ਨਾ ਕਿ ਖਿੱਚ ਕੇ ਲਾਉਣਾ ਚਾਹੀਦਾ। ਅੰਤ ਵਿੱਚ ਡਾਕਟਰੀ ਨਸੀਹਤ। ਕਿਸੇ ਵੀ ਖਾਣ ਵਾਲੀ ਚੀਜ਼ ਵਿੱਚੋਂ ਜਾਦੂਈ ਫਾਇਦਾ ਨਹੀਂ ਮਿਲਦਾ। ਸਹੀ ਢੰਗ ਨਾਲ ਲਗਾਤਾਰ ਕੀਤੀ ਵਰਤੋਂ ਹੀ ਫਾਇਦਾ ਪਹੁੰਚਾਉਂਦੀ ਹੈ। ਅੰਗੂਰ ਜਿੰਨੇ ਮਰਜ਼ੀ ਖਾਓ, ਪਰ ਅੰਗੂਰਾਂ ਦੀ ਬੇਟੀ ਜੋ ਪੰਜਾਬੀਆਂ ਦੀ ਨਸਲ ਦਾ ਖੁਰਾ ਖੋਜ ਮਟਾਉਣ ਤੇ ਤੁਲੀ ਹੈ, ਉਸ ਤੋਂ ਜ਼ਰਾ ਬਚ ਕੇ, ਜ਼ਰਾ ਹਟ ਕੇ। ਧੰਨਵਾਦ।